ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿੱਚ ਸਨ ਤਾਂ ਧਰਮਸ਼ਾਲਾ ਵਿੱਚ ਬੈਠੇ ਰਹਿਣ। ਜੇ ਕੋਈ ਸਾਧ ਸੰਤ ਜੋਗੀ ਜੰਗਮ ਬ੍ਰਹਮਚਾਰੀ ਆਵੇ ਉਸ ਦੀ ਨਿਸਾ ਕਰਨ ਅਤੇ ਉਸ ਨੂੰ ਸੱਚਾ ਰਸਤਾ ਦੱਸਣ ਅਤੇ ਜੋ ਵੀ ਆਵੇ ਉਸ ਨੂੰ ਅੰਨ ਵਸਤਰ ਵੀ ਦੇਣ। ਗੁਰੂ ਨਾਨਕ ਸਾਹਿਬ ਜੀ ਦੀ ਬੜੀ ਕੀਰਤੀ ਫੈਲ ਗਈ। ਇਹ ਕਾਣੂ ਬੇਦੀ ਦਾ ਪੁੱਤਰ ਨਾਨਕ ਐਸੇ ਜੱਗ ਲਾਇਆ ਹੋਇਆ ਹੈ। ਰਾਵੀ ਦੇ ਕਿਨਾਰੇ ਇੱਕ ਨਗਰ ਬਣਾਇਆ ਹੈ, ਕਰਤਾਰਪੁਰ ਉਸ ਦਾ ਨਾਮ ਰੱਖਿਆ ਹੈ। ਅਤੇ ਜੋ ਵੀ ਮਨ ਦੇ ਵਿੱਚ ਮਾਨਾ ਕਾਮਨਾ ਲੈ ਕੇ ਜਾਂਦਾ ਹੈ, ਗੁਰੂ ਜੀ ਉਸ ਦੀ ਇੱਛਾ ਪੂਰੀ ਕਰ ਦਿੰਦੇ ਹਨ। ਇੱਕ ਦਿਨ ਇੱਕ ਖੱਤਰੀ ਬੇਦੀ ਜਾਤ ਦਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ। ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਗੁਰੂ ਜੀ ਮੈਂ ਬੇਦੀ ਜਾਤ ਦਾ ਹਾਂ, ਗਰੀਬ ਹਾਂ, ਇਕੱਲਾ ਹਾਂ, ਇੱਕ ਮੇਰੀ ਬੇਟੀ ਹੈ, ਉਸ ਦੇ ਵਿਆਹ ਦਾ ਕਾਰਜ ਕਰਨਾ ਹੈ, ਕੁਝ ਮੇਰੀ ਮਦਦ ਕਰੋ। ਮੈਂ ਤੁਹਾਡੀ ਕੁਲ ਵਿੱਚੋਂ ਹਾਂ, ਤੁਸੀਂ ਮੇਰੀ ਕੁਲ ਦੇ ਮਹਾਂਪੁਰਖ ਹੋ, ਤੁਸੀਂ ਸਾਡੀ ਕੁਲ ਦੇ ਦੀਪਕ ਹੋ, ਸੱਚੇ ਗੁਰੂ ਹੋ, ਮੇਰਾ ਕਾਰਜ ਸਿੱਧ ਕਰ ਦਿਓ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਮਨ ਵਿੱਚ ਦਇਆ ਆਈ। ਗੁਰੂ ਜੀ ਨੇ ਕਿਹਾ, ਜਿਹੜੀ ਵਸਤੂ ਦੀ ਤੈਨੂੰ ਲੋੜ ਹੈ ਉਹ ਸਾਨੂੰ ਲਿਖ ਕੇ ਸੁਣਾ ਦੇ, ਅਤੇ ਜਿਹੜੀ ਵਸਤੂ ਤੈਨੂੰ ਵਿਆਹ ਵਿੱਚ ਚਾਹੀਦੀ ਹੈ ਸਾਰੀ ਲਿਖ ਦੇ। ਉਸਨੇ ਸਾਰੀਆਂ ਵਸਤਾਂ ਲਿਖ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਾ ਦਿੱਤੀਆਂ। ਉਸ ਵੇਲੇ ਗੁਰੂ ਸਾਹਿਬ ਜੀ ਦੇ ਕੋਲ ਇੱਕ ਸਿੱਖ ਬੈਠਾ ਸੀ। ਗੁਰੂ ਜੀ ਨੇ ਉਸਨੂੰ ਹੁਕਮ ਕੀਤਾ, ਭਾਈ ਇਹ ਸਾਰੀਆਂ ਵਸਤੂਆਂ ਜਾ ਕੇ ਲਾਹੌਰ ਤੋਂ ਲੈ ਆ। ਦੂਜੀ ਰਾਤ ਲਾਹੌਰ ਨਹੀਂ ਰਹਿਣਾ, ਦੂਜੀ ਰਾਤ ਰਹੇਗਾ ਤਾਂ ਤੇਰਾ ਜਨਮ ਵਿਗੜ ਜਾਏਗਾ। ਤਾਂ ਉਹ ਸਿੱਖ ਉੱਠ ਕੇ ਦੌੜਿਆ, ਲਾਹੌਰ ਗਿਆ ਅਤੇ ਸ਼ਾਹੂਕਾਰ ਬਾਣੀਏ ਨੂੰ ਜਾ ਕੇ ਮਿਲਿਆ। ਉਸਨੂੰ ਕਿਹਾ, ਮੈਨੂੰ ਇਹ ਸਾਰੀਆਂ ਵਸਤੂਆਂ ਦੇ ਦੇ, ਪਰ ਮੈਂ ਰਾਤ ਨਹੀਂ ਰਹਿਣਾ, ਇਸ ਲਈ ਜਲਦੀ ਮੈਨੂੰ ਸਾਰਾ ਸਮਾਨ ਦੇ। ਤਾਂ ਉਸ ਬਾਣੀ ਨੇ ਕਿਹਾ, ਭਾਈ ਹੋਰ ਤਾਂ ਸਾਰੀਆਂ ਵਸਤੂਆਂ ਹਨ ਪਰ ਚੂੜਾ ਨਹੀਂ ਹੈ। ਤਾਂ ਉਸ ਸਿੱਖ ਨੇ ਕਿਹਾ, ਭਾਈ ਜੇ ਤੂੰ ਨਹੀਂ ਰਹਿੰਦਾ ਤਾਂ ਫਿਰ ਚੂੜਾ ਤੈਨੂੰ ਨਹੀਂ ਮਿਲਣਾ, ਕਿਉਂਕਿ ਚੂੜਾ ਮੇਰੇ ਪਾਸ ਤਿਆਰ ਨਹੀਂ ਹੈ। ਉਸ ਸਿੱਖ ਨੇ ਕਿਹਾ, ਜੇਕਰ ਮੈਂ ਰਾਤ ਰਹਿੰਦਾ ਹਾਂ ਤਾਂ ਮੇਰਾ ਜਨਮ ਵਿਗੜਦਾ ਹੈ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਕਿਹਾ ਹੈ, ਇਸ ਲਈ ਮੈਂ ਜਲਦੀ ਨਾਲ ਜਾਣਾ ਹੈ। ਤਾਂ ਉਸ ਬਾਣੀਏ ਨੇ ਕਿਹਾ, ਤੇਰਾ ਗੁਰੂ ਕਿਹੋ ਜਿਹਾ ਹੈ ਕਿ ਤੇਰੇ ਰਾਤ ਰਹਿਣ ਦੇ ਨਾਲ ਤੇਰਾ ਜਨਮ ਵਿਗੜਦਾ ਹੈ? ਤਾਂ ਉਸ ਬਾਣੀਏ ਨੇ ਕਿਹਾ, ਮੈਨੂੰ ਵੀ ਉਸ ਗੁਰੂ ਦੇ ਦਰਸ਼ਨ ਕਰਾ ਦੇ। ਬਾਣੀ ਨੇ ਕਿਹਾ, ਮੇਰੇ ਪਾਸ ਇੱਕ ਚੂੜਾ ਪਿਆ ਹੈ ਜੋ ਕਿਸੇ ਹੋਰ ਦਾ ਹੈ, ਤੂੰ ਇਹ ਲੈ ਜਾ ਅਤੇ ਮੈਨੂੰ ਤੇਰੇ ਗੁਰੂ ਦੇ ਦਰਸ਼ਨ ਕਰਾ ਦੇ। ਤਾਂ ਉਹ ਬਾਣੀਆ ਉਸ ਸਿੱਖ ਦੇ ਨਾਲ ਗੁਰੂ ਸਾਹਿਬ ਜੀ ਦੇ ਕੋਲ ਆਇਆ। ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਦਰਸ਼ਨ ਕਰਨ ਸਾਰ ਉਸ ਬਾਣੀ ਦੀ ਨਿਸਾ ਹੋਈ ਅਤੇ 3 ਸਾਲ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੀ ਰਿਹਾ। ਬਾਣੀ ਕੰਠ ਕੀਤੀ, ਸ਼ਬਦ ਕੀਰਤਨ ਸਿੱਖਿਆ, ਪੋਥੀਆਂ ਲਿਖੀਆਂ ਅਤੇ ਫਿਰ ਘਰ ਚਲਾ ਗਿਆ। ਉੱਥੇ ਜਾ ਕੇ ਬਾਣੀਏ ਨੇ ਆਪਣਾ ਕੰਮ ਉਸੇ ਤਰ੍ਹਾਂ ਹੀ ਰੱਖਿਆ। ਪਹਿਰ ਰਾਤ ਰਹਿੰਦੇ ਇਸ਼ਨਾਨ ਕਰਨਾ, ਦਿਨ ਨੂੰ ਵਪਾਰ ਕਰਨਾ। ਪਹਿਰ ਰਾਤ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ। ਕਿਉਂਕਿ ਵੇਦ ਕਹਿੰਦੇ ਹਨ, ਜੋ ਪਹਿਰ ਰਾਤ ਨਹਾਉਂਦਾ ਹੈ ਉਸਨੂੰ ਸਵਾ ਮਣ ਸੋਨੇ ਦਾ ਪੁੰਨ ਲੱਗਦਾ ਹੈ, ਜੋ 5 ਘੜੀਆਂ ਰਾਤ ਨਹਾਉਂਦਾ ਹੈ ਉਸਨੂੰ ਸਵਾ ਮਣ ਰੁਪਇਆਂ ਦਾ ਦਾਨ ਲੱਗਦਾ ਹੈ, ਅਤੇ ਜੋ 2 ਘੜੀ ਰਾਤ ਰਹਿੰਦੇ ਇਸ਼ਨਾਨ ਕਰਦਾ ਹੈ ਉਸਨੂੰ ਸਵਾ ਮਣ ਦੁੱਧ ਦਾ ਪੁੰਨ ਲੱਗਦਾ ਹੈ, ਅਤੇ ਜੋ ਪ੍ਰਾਤः ਕਾਲ ਇਸ਼ਨਾਨ ਕਰਦਾ ਹੈ ਉਸਨੂੰ ਸਵਾ ਮਣ ਪਾਣੀ ਦਾ ਪੁੰਨ ਲੱਗਦਾ ਹੈ, ਅਤੇ ਜੋ ਦਿਨ ਚੜ੍ਹੇ ਨਹਾਉਂਦਾ ਹੈ ਉਸਨੂੰ ਨਾ ਪੁੰਨ ਲੱਗਦਾ ਹੈ ਅਤੇ ਨਾ ਹੀ ਪਾਪ ਲੱਗਦਾ ਹੈ।
ਸੋ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਉਹ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਾ, ਫਿਰ ਪ੍ਰਸ਼ਾਦ ਛਕਦਾ ਸੀ। ਦਿਨ ਨੂੰ ਆਪਣੀ ਕਿਰਤ ਕਰਦਾ ਤੇ ਰਾਤ ਨੂੰ ਸ਼ਬਦ ਕੀਰਤਨ ਕਰਦਾ, ਫਿਰ 16 ਸਾਲ ਦਾ ਪਾਠ ਕਰਕੇ ਫਿਰ ਸੌਂਦਾ, ਕਿਉਂਕਿ ਇਸ ਤਰ੍ਹਾਂ ਦਾ ਸਿੱਖ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। ਜਦੋਂ ਉਹ ਆਪਣਾ ਨੇਮ ਇਸ ਤਰੀਕੇ ਨਾਲ ਕਰਦਾ ਰਿਹਾ ਤਾਂ ਉੱਥੋਂ ਦਾ ਰਾਜਾ ਸ਼ਿਵਨਾਮ ਸੀ, ਉੱਥੋਂ ਦੇ ਲੋਕਾਂ ਨੇ ਉਸ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਇੱਕ ਹਿੰਦੂ ਇੱਥੇ ਰਹਿੰਦਾ ਹੈ ਪਰ ਉਹ ਵਰਤ ਪੂਜਾ ਕੁਝ ਨਹੀਂ ਕਰਦਾ। ਰਾਜਾ ਸ਼ਿਵਨਾਮ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤਾਂ ਉਸ ਬਾਣੀਏ ਨੇ ਜਾ ਕੇ ਰਾਜੇ ਨੂੰ ਨਮਸਕਾਰ ਕੀਤੀ। ਰਾਜਾ ਸ਼ਿਵਨਾਮ ਨੇ ਕਿਹਾ, ਤੂੰ ਹਿੰਦੂ ਕਹਿਲਾਉਂਦਾ ਹੈ ਪਰ ਵਰਤ ਨੇਮ ਕੁਝ ਨਹੀਂ ਕਰਦਾ। ਉਸ ਬਾਣੀਏ ਨੇ ਕਿਹਾ, ਜੀ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ, ਕਿਉਂਕਿ ਮੈਨੂੰ ਇਹ ਸਭ ਕੁਝ ਮੇਰੇ ਗੁਰੂ ਤੋਂ ਹੀ ਮਿਲਿਆ ਹੈ। ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਮੈਂ ਮੁਕਤੀ ਪ੍ਰਾਪਤ ਕਰ ਲਈ ਹੈ, ਜਿਉਂਦੇ ਹੀ ਮੁਕਤੀ ਪ੍ਰਾਪਤ ਕਰ ਲਈ ਹੈ ਤੇ ਮੇਰੀ ਨਿਸ਼ਾ ਹੋ ਗਈ ਹੈ। ਬਾਣੀਏ ਨੇ ਕਿਹਾ, ਰਾਜਾ ਜੀ ਮੇਰਾ ਗੁਰੂ ਪਰਮੇਸ਼ਰ ਹੈ, ਆਪ ਰੱਬ ਹੈ, ਉਸ ਦੇ ਦਰਸ਼ਨ ਕਰਨ ਦੇ ਨਾਲ ਹੀ ਮੁਕਤੀ ਹੋ ਜਾਂਦੀ ਹੈ। ਰਾਜਾ ਸ਼ਿਵਨਾਮ ਨੇ ਕਿਹਾ, ਕਾਲਯੁਗ ਦੇ ਵਿੱਚ ਐਸਾ ਕੋਈ ਗੁਰੂ ਨਹੀਂ ਹੈ ਜਿਸ ਦੇ ਦਰਸ਼ਨ ਕਰਨ ਨਾਲ ਮੁਕਤੀ ਹੋ ਜਾਵੇ। ਤਾਂ ਰਾਜੇ ਨੇ ਕਿਹਾ, ਮੈਨੂੰ ਉਸ ਤੇਰੇ ਗੁਰੂ ਦੀ ਬਾਣੀ ਸੁਣਾ। ਜਦੋਂ ਉਸ ਬਾਣੀਏ ਨੇ ਰਾਜੇ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਤਾਂ ਬਹੁਤ ਖੁਸ਼ ਹੋਇਆ, ਉਸਨੂੰ ਬੜਾ ਆਨੰਦ ਆਇਆ। ਉਸਨੇ ਕਿਹਾ, ਹੇ ਬਾਣੀਏ, ਜੋ ਤੇਰਾ ਗੁਰੂ ਹੈ ਉਹੀ ਮੇਰਾ ਗੁਰੂ ਹੈ, ਤੂੰ ਮੈਨੂੰ ਉਸਦੇ ਦਰਸ਼ਨ ਕਰਾ ਦੇ, ਮੈਨੂੰ ਨਾਲ ਲੈ ਕੇ ਚੱਲ। ਰਾਜੇ ਸ਼ਿਵਨਾਮ ਨੇ ਸਿੱਖੀ ਧਾਰਨ ਕਰ ਲਈ। ਬਾਣੀ ਨੇ ਕਿਹਾ, ਸੁਣ ਰਾਜਾ, ਮੇਰਾ ਗੁਰੂ ਪੌਣ ਦਾ ਸਰੂਪ ਹੈ, ਮਨ ਦੇ ਵਿੱਚ ਸ਼ਰਧਾ ਰੱਖ ਕੇ ਉਹਨਾਂ ਨੂੰ ਯਾਦ ਕਰ, ਉਹ ਆਪਣੇ ਆਪ ਹੀ ਦਰਸ਼ਨ ਦੇਣਗੇ। ਰਾਜੇ ਨੇ ਕਿਹਾ, ਭਾਈ ਸਿੱਖਾ, ਗੁਰੂ ਜੀ ਕਿਸ ਧਰਤੀ 'ਤੇ ਰਹਿੰਦੇ ਹਨ, ਮੈਂ ਉੱਥੇ ਜਾ ਕੇ ਦਰਸ਼ਨ ਕਰ ਆਉਂਦਾ ਹਾਂ। ਤਾਂ ਬਾਣੀ ਨੇ ਕਿਹਾ, ਤੂੰ ਉਹਨਾਂ ਨੂੰ ਪੂਰੀ ਸ਼ਰਧਾ ਦੇ ਨਾਲ ਯਾਦ ਕਰਦਾ ਰਹਿ, ਪਰ ਭੁੱਲੀ ਨਾ, ਧਿਆਨ ਵਿੱਚ ਰੱਖੀ, ਉਹ ਆਪੇ ਹੀ ਆ ਕੇ ਦਰਸ਼ਨ ਦੇ ਦੇਣਗੇ। ਉਹਨਾਂ ਦਾ ਨਾਮ ਸਿਮਰਦਾ ਰਹਿ। ਰਾਜਾ ਸ਼ਿਵਨਾਮ ਗੁਰੂ ਨਾਨਕ ਸਾਹਿਬ ਜੀ ਨੂੰ ਹਰ ਸਮੇਂ ਯਾਦ ਰੱਖਦਾ। ਉਸ ਦਾ ਮਨ ਬੜਾ ਵਿਆਕੁਲ ਹੋ ਗਿਆ ਕਿ ਗੁਰੂ ਸਾਹਿਬ ਜੀ ਮੈਨੂੰ ਕਿਸੇ ਸਮੇਂ ਦਰਸ਼ਨ ਦੇਣ। ਬਾਣੀ ਨੇ ਉਸਨੂੰ ਫਿਰ ਦਿਲਾਸਾ ਦਿੱਤਾ ਕਿ ਤੂੰ ਗੁਰੂ ਸਾਹਿਬ ਜੀ ਨੂੰ ਮਨ ਦੇ ਵਿੱਚ ਯਾਦ ਰੱਖ, ਉਹ ਆਪਣੇ ਆਪ ਤੈਨੂੰ ਆ ਕੇ ਦਰਸ਼ਨ ਦੇ ਦੇਣਗੇ। ਤਾਂ ਉਸਨੇ ਰਾਜੇ ਸ਼ਿਵਨਾਮ ਨੇ ਕੁਝ ਚੇਲੀਆਂ ਰੱਖ ਲਈਆਂ ਕਿ ਜੋ ਵੀ ਕੋਈ ਸਾਧੂ ਆਵੇ ਉਸ ਦੀ ਪ੍ਰੀਖਿਆ ਲੈਣੀ, ਉਸ ਦੇ ਅੱਗੇ ਸੁੰਦਰ ਵਸਤਰ ਪਾ ਕੇ ਪੇਸ਼ ਹੋਣਾ, ਉਸ ਦੀ ਪੂਰੀ ਸੇਵਾ ਕਰਨੀ। ਜੋ ਕੋਈ ਪੂਰਨ ਗੁਰੂ ਹੋਵੇਗਾ ਉਹ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਵੇਗਾ। ਉਧਰੋਂ ਰਾਜੇ ਦਾ ਮਨ ਦਰਸ਼ਨਾਂ ਲਈ ਬਹੁਤ ਵਿਆਕੁਲ ਹੋ ਗਿਆ। ਗੁਰੂ ਸਾਹਿਬ ਜੀ ਨੂੰ ਵੀ ਪਤਾ ਲੱਗਿਆ ਕਿ ਰਾਜਾ ਸ਼ਿਵਨਾਮ ਦਰਸ਼ਨਾਂ ਲਈ ਤੜਪ ਰਿਹਾ ਹੈ। ਗੁਰੂ ਸਾਹਿਬ ਜੀ ਨੇ ਬਾਲੇ ਨੂੰ ਕਿਹਾ, ਚਲੋ ਮਰਦਾਨਾ, ਰਾਜੇ ਸ਼ਿਵਨਾਮ ਨੂੰ ਜਾ ਕੇ ਦਰਸ਼ਨ ਦੇਈਏ।
राजे शिवनाम का एक बाग सी। गुरु नानक साहब जी उस बाग दे विच आके बैठ गए। ज्यों ही गुरु नानक साहब जी ने बाग दे विच अपने चरण रखे तां वो बाग कई सालों नाल सुक्किया पिया सी ते हरा हो गया। जदों बागवान ने यह देखा कि राजे का बाग हरा हो गया है तो खुश हो गया अते राजे कोल गया। राजे नूं दस्सण लगा बाग विच कोई फकीर आया है तो उसके आउंदियां ही बाग हरा हो गया है। राजा उसी समय भज के दौड़िया अते मन विच सोचिया कि जरूर गुरु जी आए होणगे। जदों गुरु नानक साहब जी दे कोल गया, गुरु नानक साहब जी उस वाल पिठ करके खड़े हो गए क्योंकि गुरु जी ने राजे की परीक्षा लैनी सी। गुरु नानक साहब जी सारा दिन खड़े रहे, राजा भी उत्थे ही खड़ा रहा। गुरु जी 3 दिन उत्थे खड़े रहे तो राजा भी 3 दिन ही उत्थे ही खड़ा रहा। राजे की व्याकुलता देख के गुरु नानक साहब जी ने फिर उसनूं दर्शन दिते। अते बैठ गए। गुरु जी ने राजे नूं पुछया किवें राजा जी ठीक ठाक हो। राजे ने सोचा गुरु नानक साहब जी का पता कर लवां कि ये खतरी बेदी हैं। तो उन्होंने गुरु साहब जी नूं पुछया तुसीं कौन हो ते कित्थों आए हो। गुरु साहब जी ने शब्द उच्चारण किया। राजे ने कहा तुहाडी बोली असीं समझ नहीं सकते क्योंकि महापुरख की बोली महापुरख ही समझ सकते हैं। पर गुरु नानक साहब जी के दर्शन करके वो निहाल हो गया। गुरु साहब जी ने कहन लगा मेरे धन भाग हैं, मैनू पूरा साधु मिलिया है। राजे ने बेनती की मेरे डेरे विच चरण पाओ। गुरु साहब जी ने उसनूं कहा राजा जी तुसीं धर्मशाल बनवाओ, असीं उत्थे आप ही आ जावांगे। राजे ने बड़ी जल्दी ना उत्थे धर्मशाला बनवाई। जदों राजा गुरु नानक साहब जी नूं बुलाउण गया तो उसनूं उत्थे गुरु नानक साहब जी नज़र नहीं आए। राजा शिवनाम खड़ा खड़ोता डिग गया, उसनूं कोई होश ना रही। लोगों ने देखा कि राजा डिग गया है, बेहोश हो गया है। तो गुरु नानक साहब जी धर्मशाला दे विच जाके बैठ गए। जो लोगों ने राजे ने दस्सिया गुरु नानक साहब जी तेरी धर्मशाला में बैठे हैं, तू क्यों व्याकुल हो रहा है। तो वो दौड़ के फिर गुरु नानक साहब जी के पास आया, नमस्कार की, परिक्रमा भी की। गुरु नानक देव जी राजे ते मेहरबान होए। अते उसनूं 1574 दे विच मंजी बख्शी। उस उत्ते बहुत खुश होए। उस वक्त 7 राजे संगलादीप विच राज करते सन। गुरु नानक साहब जी के बचन नाल यह राजा 14 पिंडां का मालक बन गया। उस समय गुरु साहब जी की उम्र 49 वरियां दी सी। गुरु साहब जी ने राजे ने कहा इत्थे लंगर चलाओ, 11 मन लूण हर रोज़ लगता है। गुरु नानक साहब जी उत्थे कुछ समा रहे, फिर उस तो बाद पंजाब की धरती नूं आ गए।
ਸਾਖੀ ਸੰਪੂਰਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।